ਦੋਸਤੋ ਸਤਿ ਸ਼੍ਰੀ ਅਕਾਲ। ਮੈਂ ਸਤਵਿੰਦਰ ਸਿੰਘ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਖਾਸ ਖਬਰ ਤੇ ਇੱਕ ਨਜ਼ਰ। ਵੈਸੇ ਤਾਂ ਖਾਸ ਖਬਰ ਇੱਕ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਪਿਛਲੇ ਹਫ਼ਤੇ ਦੀਆਂ ਰਹੀਆਂ ਹੋਈਆਂ ਖਾਸ ਸੁਰਖੀਆਂ ਦੇ ਉੱਤੇ ਜਿਹੜੀ ਹੈ ਚਰਚਾ ਕਰਦੇ ਹਾਂ, ਵਿਚਾਰ ਚਰਚਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਪਰ ਕਿਉਂਕਿ ਇਸੇ ਹੀ ਹਫ਼ਤੇ ਜਿਹੜੇ ਹੈ ਅਲਬਰਟਾ ਇਲੈਕਸ਼ਨ ਜਿਹੜੇ ਹੋ ਕੇ ਹਟੇ ਹਨ, ਕੱਲ੍ਹ ਹੀ ਯਾਨੀ ਕਿ ਹੋ ਕੇ ਹਟੇ ਹਨ, ਔਰ ਉਸ ਦੇ ਨਤੀਜੇ ਜਿਹੜੇ ਹਨ ਸਾਹਮਣੇ ਆ ਗਏ ਨੇ। ਨਵੀਆਂ ਪਾਰਟੀਆਂ ਜਿਹੜੀ ਹੈਗੀ ਉਸਨੇ ਸਰਕਾਰ ਬਣਾਉਣ ਵਾਸਤੇ ਜਿਹੜੀ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੋ ਇਸ ਪ੍ਰੋਗਰਾਮ ਦੇ ਵਿੱਚ, ਇਸ ਹਫ਼ਤੇ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਹੈ ਅਸੀਂ ਖਾਸ ਕਰਕੇ ਸਿਰਫ ਤੇ ਸਿਰਫ ਜਿਹੜੀ ਹੈ ਅਲਬਰਟਾ ਇਲੈਕਸ਼ਨ ਦੇ ਉੱਤੇ ਜਿਹੜੀ ਗੱਲਬਾਤ ਕਰਾਂਗੇ। ਇਹ ਸਾਰੀ ਗੱਲਬਾਤ ਵਿੱਚ ਸ਼ਾਮਲ ਹੋਣ ਵਾਸਤੇ ਮੇਰੇ ਨਾਲ ਆਏ ਨੇ ਜੱਗੀ ਢਿੱਲੋਂ ਜੀ। ਜੱਗੀ ਢਿੱਲੋਂ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਤਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਮੈਂ ਹਰਪਿੰਦਰ ਸਿੰਘ ਸਿੱਧੂ ਹੋਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹਾਂਗੇ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਹਰ ਹਫ਼ਤੇ ਤੁਹਾਡੇ ਤੱਕ ਪੁੱਜਦਾ ਜੀ। ਤੇ ਢਿੱਲੋਂ ਸਾਹਿਬ, ਅਲਬਰਟਾ ਦੇ ਇਲੈਕਸ਼ਨ ਹੋ ਗਏ ਔਰ ਰਿਜ਼ਲਟ ਜਿਹੜੇ ਹਨ ਲੋਕਾਂ ਨੇ ਸੁਣ ਵੀ ਲਏ ਨੇ, ਔਰ ਹੋਰ ਸੋਰਸਿਸ ਦਾ ਅਸੀਂ ਵੀ ਆਪਣੇ ਜਿਹੜੇ ਖਾਸ ਦਰਸ਼ਕ ਸਾਡੇ ਨਾਲ ਜੁੜੇ ਹੋਏ ਹਨ ਔਰ ਜਾਣਕਾਰੀ ਵਿਸ਼ੇਸ਼ ਤੌਰ ਤੇ ਲੈਣਾ ਚਾਹੁੰਦੇ ਹਨ, ਉਹਨਾਂ ਦੇ ਵਾਸਤੇ ਵੀ ਅਸੀਂ ਇਹ ਵਿਸ਼ੇਸ਼ ਗੱਲਬਾਤ ਲੈ ਕੇ ਜਿਹੜੇ ਹੈਗੇ ਹਾਜ਼ਰ ਹੋਏ ਹਾਂ। ਤੇ ਜੇ ਆਪਾਂ ਗੱਲ ਕਰੀਏ ਤੇ ਇਲੈਕਸ਼ਨ ਤੇ ਆ ਗਏ ਤੇ ਜਿਹੜੀ ਚੇਂਜ ਦੀ ਆਪਾਂ ਗੱਲ ਕਰਦੇ ਸੀ ਉਹ ਚੇਂਜ ਤੇ ਹੋ ਗਿਆ, ਬਿਲਕੁਲ ਹੋ ਗਿਆ। ਚੇਂਜ ਆ ਗਈ ਜੀ, ਔਰ ਬੜੀ ਠੋਕ ਵਜਾ ਕੇ ਆਈ। ਬੜੀ ਠੋਕ ਵਜਾ ਕੇ ਆਈ। ਔਰ ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਪਾਰਟੀ ਜਿਹੜੀ ਵੀ ਜਿੱਤੀ ਹੈਗੀ ਹੈ ਵੀ ਉਹਨੂੰ ਠੋਕ ਕੇ ਲੋਕਾਂ ਨੇ ਵੋਟਾਂ ਪਾਈਆਂ। ਐਬਸੋਲੂਟ ਮੈਜੋਰਿਟੀ ਹੈ ਜੀ, ਐਬਸੋਲੂਟ ਮੈਜੋਰਿਟੀ ਦੇ ਨਾਲ ਜਿਹੜੀ ਹੈ। ਕਿਉਂਕਿ ਫ੍ਰੈਕਚਰਡ ਮੈਂਡੇਟ ਹੋਵੇ, ਫਿਰ ਉਹ ਗਵਰਨਮੈਂਟ ਨੂੰ ਲਿਆਣਾ ਕਰਨਾ, ਫਿਰ ਉਹਨਾਂ ਨੂੰ ਬੈਲੈਂਸ ਕਰਨਾ, ਆਪਣੀਆਂ ਪਾਲਿਸੀਆਂ ਇੰਪਲੀਮੈਂਟ ਕਰਨੀਆਂ, ਫਿਰ ਇਸ਼ੂ ਬਣ ਜਾਂਦਾ। ਹਾਂ, ਤੇ ਫਿਰ ਉਹਦੇ 'ਚ ਵੀ ਕਈ ਵਾਰੀ ਜਿਹੜਾ ਹੈਗਾ ਤੁਹਾਨੂੰ ਕੰਪਰੋਮਾਈਜ਼ ਕਰਨਾ ਪੈਂਦਾ ਕਈ ਵਾਰੀ ਪਾਲਿਸੀਜ਼ ਦਾ। ਤੇ ਇੱਥੇ ਕੀ ਹੈਗਾ ਕਿ ਜਦੋਂ ਵੀ ਲੋਕਾਂ ਨੇ ਜਿਹੜੀ ਮੈਜੋਰਿਟੀ ਦਿੱਤੀ ਹੈ ਉਹ NDP ਜਿਹੜੀ ਹੈ ਪਾਰਟੀ ਉਸ ਨੂੰ ਦਿੱਤੀ ਹੈ। ਹਾਲਾਂਕਿ NDP ਦਾ ਨਾਂ ਆਪਾਂ ਆਪਣੀ ਜਿਹੜੀ ਗੱਲਬਾਤ ਵਿੱਚ ਵੀ ਲੋਕੀ ਘੱਟ ਹੀ ਲੈ ਕੇ ਆਉਂਦੇ ਕਿ ਹਫ਼ਤੇ ਦੇ ਵਿੱਚ ਹੀ ਸਾਰੀ ਜਿਹੜੀ ਹੈ ਚੇਂਜ ਵਿਗੜੀ। ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਵੀ ਕਿਉਂ ਇਹ ਕਿਸ ਤਰ੍ਹਾਂ ਜਿਹੜਾ ਹੈਗਾ NDP ਪਾਰਟੀ ਜਿਹੜੀ ਹੈ ਕਿ ਇੱਕਦਮ ਉੱਭਰੀ ਔਰ ਇੰਨੀਆਂ ਜ਼ਿਆਦੀਆਂ ਜਿਹੜੀਆਂ ਮੈਜੋਰਿਟੀ ਨਾਲ ਜਿੱਤ ਗਈ। ਜੇ ਦਰਸ਼ਕਾਂ ਦੇ ਨਾਲ ਮੈਂ ਸਾਂਝੀ ਕਰਾਂ ਜਾਣਕਾਰੀ, ਤੇ NDP ਪਾਰਟੀ ਨੂੰ ਜਿਹੜੀ ਹੈ 87 ਸੀਟਾਂ ਜਿਹੜੀਆਂ ਅਲਬਰਟਾ ਦੇ ਵਿੱਚ ਟੋਟਲ ਨੇ, ਤੇ NDP ਨੂੰ ਜਿਹੜੀਆਂ 53 ਸੀਟਾਂ ਮਿਲੀਆਂ। ਤੇ ਜਦ ਇਹ ਵੋਟਾਂ ਦੀ ਗੱਲ ਕਰੀਏ ਤਾਂ ਉਹਨੂੰ 40.57% ਜਿਹੜੀਆਂ ਵੋਟਾਂ ਮਿਲੀਆਂ। ਵਾਈਟ ਰੋਜ਼ ਪਾਰਟੀ ਨੂੰ 21 ਸੀਟਾਂ ਮਿਲੀਆਂ ਔਰ 24.23% ਜਿਹੜੀ ਹੈ ਉਹਨੂੰ ਵੋਟਾਂ ਜਿਹੜੀਆਂ ਮਿਲੀਆਂ ਹਨ, ਜਿਹੜੀਆਂ ਕਿ ਵੋਟਾਂ ਪਈਆਂ ਉਹਦੇ ਵਿੱਚ ਜਿਹੜਾ ਉਹਦੀ ਪਰਸੈਂਟੇਜ ਹੈ। PC ਵੱਲ ਨੂੰ ਜਿਹੜੀਆਂ ਹੈ ਸਿਰਫ ਤੇ ਸਿਰਫ 10 ਸੀਟਾਂ ਮਿਲੀਆਂ ਨੇ, ਔਰ ਇਸ ਦੇ ਜਿਹੜੀ ਆਪਾਂ ਗੱਲ ਕਰੀਏ ਜੇ ਵੋਟ ਸ਼ੇਅਰ ਦੀ ਤਾਂ 27.78% ਉਹਨੂੰ ਜਿਹੜੀਆਂ ਵੋਟ ਸ਼ੇਅਰ ਮਿਲਿਆ ਹੈ। ਲਿਬਰਲ ਪਾਰਟੀ ਸਿਰਫ ਇੱਕ ਸੀਟ ਦੇ ਉੱਤੇ ਸਿਮਟ ਕੇ ਜਿਹੜੀ ਹੈ ਰਹਿ ਗਈ ਹੈ, ਔਰ ਉਸ ਨੂੰ ਜਿਹੜੀਆਂ ਸਿਰਫ ਤੇ ਸਿਰਫ 4.19% ਜਿਹੜੀਆਂ ਵੋਟਾਂ ਪਈਆਂ ਨੇ। ਤੇ ਇੱਕ ਨਵੀਂ ਪਾਰਟੀ ਜਿਹੜੀ ਉੱਭਰ ਕੇ ਸਾਹਮਣੇ ਆਈ ਹੈਗੀ ਹੈ ਅਲਬਰਟਾ ਪਾਰਟੀ, ਉਸ ਨੂੰ ਵੀ ਇੱਕ ਸੀਟ ਜਿਹੜੀ ਹੈ ਮਿਲਣ ਦੇ ਵਿੱਚ ਉਹ ਕਾਮਯਾਬ ਹੋ ਗਈ। ਇੱਕ ਸੀਟ ਲੈਣ ਦੇ ਵਿੱਚ ਤਾਂ 2.28% ਜਿਹੜੀ ਹੈ ਉਸ ਨੂੰ ਵੋਟ ਸ਼ੇਅਰ ਜਿਹੜਾ ਹੈ ਮਿਲਿਆ ਹੈ। ਇੱਕ ਸੀਟ ਦਾ ਜਿਹੜਾ ਹੈ ਉਹ ਫੈਸਲਾ ਨਹੀਂ ਹੋਇਆ ਕੈਲਗਰੀ ਗਲੈਨਮੋਰ ਦੀ ਸੀਟ ਦਾ, ਕਿਉਂਕਿ ਉੱਥੇ PC ਪਾਰਟੀ ਔਰ NDP ਪਾਰਟੀ ਦੋਨੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਬਰਾਬਰ ਵੋਟਾਂ ਮਿਲੀਆਂ ਨੇ। ਔਰ ਇਸ ਦਾ ਫੈਸਲਾ ਜਿਹੜਾ ਹੈਗਾ ਦੁਬਾਰਾ ਕਾਊਂਟਿੰਗ ਅੱਜ ਹੋਏਗੀ ਤੇ ਜੋ ਵੀ ਫੈਸਲਾ ਆਏਗਾ ਉਹਦੇ ਮੁਤਾਬਕ। ਤੇ ਜੇ ਨਾ ਢਿੱਲੋਂ ਸਾਹਿਬ ਹੋਵੇ ਫੈਸਲਾ ਤਾਂ ਫਿਰ ਇਹ ਹੁੰਦਾ ਕਿ ਅਲਬਰਟਾ ਦੇ ਇਲੈਕਸ਼ਨ ਲਾਅ ਦੇ ਮੁਤਾਬਕ ਇੱਕ ਜੱਜ ਨੂੰ ਜਿਹੜਾ ਹੈ ਅਪਾਇੰਟ ਕਰਕੇ ਉਹਨੂੰ ਕੇਸ ਰੈਫਰ ਕਰ ਦਿੱਤਾ ਜਾਂਦਾ, ਔਰ ਜਿਹੜੀਆਂ ਰੱਦ ਹੋਈਆਂ ਵੋਟਾਂ, ਰਿਜੈਕਟ ਹੋਈਆਂ ਵੋਟਾਂ ਜਿਹੜੀਆਂ ਹਨ ਉਹਨਾਂ ਦੀ ਜਿਹੜੀ ਇਹ ਪੜਤਾਲ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਜਾਇਜ਼ ਵੋਟਾਂ ਕਿੰਨੀਆਂ ਮੰਨਿਆ ਜਾ ਸਕਦਾ। ਤੇ ਜੇ ਉਹ ਜਿਹੜੀਆਂ ਰਿਜੈਕਟ ਹੋਈਆਂ ਵੋਟਾਂ ਨੂੰ ਜੇ ਜਾਇਜ਼ ਮੰਨ ਲਿਆ ਜਾਵੇ ਤਾਂ ਜਿਹੜੇ ਉਮੀਦਵਾਰ ਹੋ ਸਕਦਾ ਕਿ ਥੋੜ੍ਹੀਆਂ ਵੋਟਾਂ ਦੇ ਨਾਲ ਜਿੱਤ ਵੀ ਸਕਦਾ, ਨਹੀਂ ਤਾਂ ਦੁਬਾਰਾ ਉੱਥੇ ਇਲੈਕਸ਼ਨ ਹੋਣਗੇ। ਹਾਂਜੀ, ਤੇ ਤੁਸੀਂ ਅਗਰ 2012 ਦੀ ਜਿਹੜੀ ਇਲੈਕਸ਼ਨ ਹੈ ਉਹਦੇ 'ਚ ਤੁਸੀਂ ਦੇਖੋ ਕਿ ਜਿਹੜਾ PC ਪਾਰਟੀ ਹੈ ਉਹ 87 ਰਾਈਡਿੰਗਸ ਦੇ ਵਿੱਚੋਂ 61 ਸੀਟਸ ਉਹਨਾਂ ਦੇ ਕੋਲ ਸੀਗੀਆਂ, ਔਰ 43.95% ਵੋਟ ਜਿਹੜੀ ਸੀਗੀ ਉਹਨਾਂ ਨੂੰ ਮਿਲੀ ਸੀ। ਵਾਈਲਡ ਰੋਜ਼ ਪਾਰਟੀ 17 ਸੀਟਾਂ ਲੈ ਕੇ 34.49% ਉਹਨਾਂ ਨੂੰ ਮਿਲੀ ਸੀਗੀ, 34.49%। ਔਰ ਲਿਬਰਲ ਪਾਰਟੀ ਜਿਹੜੀ ਉਹਨਾਂ ਕੋਲ 5 ਸੀਟਾਂ ਸੀਗੀਆਂ ਤੇ 9.72% ਵੋਟਸ ਸ਼ੇਅਰ ਜਿਹੜੇ ਉਹਨਾਂ ਨੂੰ ਮਿਲੇ ਸੀਗੇ। ਔਰ NDP ਜਿਹੜੀ ਅੱਜ ਪਾਵਰ 'ਚ ਆਈ ਆ ਔਰ ਉਹਨਾਂ ਕੋਲ ਸਿਰਫ 4 ਸੀਟਾਂ ਸੀਗੀਆਂ ਔਰ ਉਹਨਾਂ ਨੂੰ ਸਿਰਫ 9.76% ਜਿਹੜੀ ਸੀਗੀ ਵੋਟ ਪਈ ਸੀਗੀ। ਅਲਬਰਟਾ ਪਾਰਟੀ ਹੈਗੀ ਹੈ ਉਹਨੂੰ ਕੋਈ ਸੀਟ ਨਹੀਂ ਸੀ ਮਿਲੀ, ਪਰ ਜਿਹੜੀਆਂ ਵੋਟ ਸ਼ੇਅਰ ਸੀਗੀਆਂ ਤਕਰੀਬਨ ਰਫਲੀ 1.35% ਦੇ ਕਰੀਬ ਸੀਗੀਆਂ। ਸੋ ਜਿਹੜੇ ਆંકੜੇ ਤੁਸੀਂ 2015 ਦੇ ਦੱਸੇ ਨੇ ਉਹਦੇ ਕੰਪੈਰੀਜ਼ਨ 'ਚ ਬਿਲਕੁਲ ਨਕਸ਼ਾ ਬਦਲ ਗਿਆ ਜੀ। ਅਸੀਂ ਕੁਝ ਖਾਸ ਜਿਹੜੀਆਂ ਕੰਸਟੀਚੁਐਂਸੀਜ਼ ਹੈਗੀਆਂ, ਖਾਸ ਰਾਈਡਿੰਗਸ ਜਿਵੇਂ ਅਲਬਰਟਾ 'ਚ ਰਾਈਡਿੰਗ ਕਹਿੰਦੇ ਹੈਗੇ ਨੇ ਹਲਕਿਆਂ ਨੂੰ, ਤੇ ਜਿਹੜੀਆਂ ਖਾਸ 2-4 ਰਾਈਡਿੰਗਸ ਹੈਗੇ ਜਿਨ੍ਹਾਂ 'ਚ ਪੰਜਾਬੀਆਂ ਦਾ ਖਾਸ ਕਰਕੇ ਇੰਟਰਸਟ ਸੀ, ਉਹਨਾਂ ਦੀ ਵੀ ਜਿਹੜੀ ਹੈਗੀ ਆ ਆਪਾਂ ਗੱਲਬਾਤ ਕਰਾਂਗੇ। ਪਰ ਢਿੱਲੋਂ ਸਾਹਿਬ, ਜੇ ਮੈਂ ਇੱਥੇ ਤੁਹਾਨੂੰ ਇਹ ਪੁੱਛਾਂ ਕਿ NDP ਦਾ ਇੱਕਦਮ ਜਿਹੜਾ ਹੈਗਾ ਉਹ ਭਾਰ ਕਿਸ ਤਰ੍ਹਾਂ ਹੋ ਗਿਆ, ਇੱਕ ਹਫ਼ਤੇ ਦੇ ਵਿੱਚ ਕੀ ਚੀਜ਼ ਆ ਗਿਆ ਕਿ NDP ਇੱਕਦਮ ਜਿਹੜੀ ਹੈ 4 ਸੀਟਾਂ ਤੋਂ
53 ਸੀਟਾਂ ਦੇ ਪਹੁੰਚ ਗਈ। ਸਤਿੰਦਰ ਜੀ, ਗੱਲ ਜਿਹੜੀ ਹੈਗੀ ਆ ਉਹ ਲਾਰਜਲੀ ਜੋ ਦੇਖਣ ਚ ਆਈ ਹੈ ਜਾਂ ਜੋ ਸਮਝ ਆ ਰਹੀ ਹੈ ਉਹ ਇਹ ਸੀਗੀ ਕਿ ਜਿਹੜਾ ਟੀਵੀ ਚੈਨਲ ਦੇ ਉੱਤੇ ਜਿਹੜਾ ਇਹਨਾਂ ਦਾ ਲਾਈਵ ਹੋਈ ਹੈ ਡਿਬੇਟ ਹੋਈ ਹੈ ਸਾਰੇ ਲੀਡਰਸ ਦੀ, ਮੇਰਾ ਖਿਆਲ ਹੈ ਕਿਤੇ ਨਾ ਕਿਤੇ ਉਸ ਚੀਜ਼ ਨੇ ਬਹੁਤ ਜ਼ਿਆਦਾ ਸਵਿੰਗ ਜਿਹੜੀ ਹੈਗੀ ਆ ਉਹ ਰਿਸ਼ਲ ਨੈਟਲੇ ਦੇ ਫੇਵਰ ਚ ਕ੍ਰੀਏਟ ਕੀਤੀ ਹੈ। ਕਿਉਂਕਿ ਜਿਹੜਾ ਅਨਡਿਸਾਈਡਡ ਵੋਟਰ ਸੀਗਾ, ਆਲਮੋਸਟ ਕਹਿ ਲਓ ਕਿ 20-22% ਜਿਹੜਾ ਅਨਡਿਸਾਈਡਡ ਵੋਟਰ ਸੀਗਾ, ਉਹਦੇ ਉਸ ਸ਼ੋਅ ਤੋਂ ਇੰਨਾ ਕੁ ਇੰਪ੍ਰੈਸ ਹੋਇਆ ਕਿ ਕਿਸੇ ਨੇ ਕਿਸੇ ਦੀ ਰਾਈਡਿੰਗ 'ਚ ਇਹ ਨਹੀਂ ਦੇਖਿਆ ਵੀ ਕੈਂਡੀਡੇਟ ਨੂੰ ਉਹ ਜਾਣਦਾ ਕਿ ਉਹ ਨਹੀਂ ਜਾਣਦਾ, ਜਾਂ ਉਹਦੇ ਘਰ ਆਇਆ ਜਾਂ ਉਹਨਾਂ ਦੇ ਘਰ ਆਇਆ ਡੋਰ ਨੌਕਿੰਗ ਲਈ ਕਿ ਨਹੀਂ ਆਇਆ, ਜਾਂ ਉਹਨਾਂ ਦੀ ਕਮਿਊਨਿਟੀ ਦੇ ਵਿੱਚ ਵੈਸੇ ਕੀ ਇਨਵੋਲਵਮੈਂਟ ਹੈ ਜਾਂ ਕੀ ਕੰਟਰੀਬਿਊਸ਼ਨ ਹੈ। ਉਹਨਾਂ ਨੇ ਸਿਰਫ ਐਨਡੀਪੀ ਦੇਖੀ ਤੇ ਰਿਸ਼ਲ ਨੈਟਲੇ ਦੇਖੀ ਔਰ ਉਹਨਾਂ ਨੇ ਵੋਟ ਪਾਈ। ਔਰ ਹੈਟਸ ਆਫ ਟੂ ਰਿਸ਼ਲ ਨੈਟਲੇ, ਨੋ ਡਾਊਟ ਅਬਾਊਟ ਇਟ। ਉਹਨਾਂ ਨੇ ਜਿੰਨਾ ਸਟਰੋਂਗ ਅਟੈਕ ਜਿਮ ਪ੍ਰੈਂਟਿਸ ਨੇ ਉਹਨਾਂ ਤੇ ਰੱਖਿਆ ਸੀਗਾ, ਉਹਨਾਂ ਨੇ ਜਿਹਨੂੰ ਅਸੀਂ ਕਹਿੰਦੇ ਕਿ ਨਾ ਇੰਚ ਬਾਈ ਇੰਚ ਵਾਪਸ ਰਿਬਟ ਕੀਤਾ ਜਿਮ ਪ੍ਰੈਂਟਿਸ ਨੂੰ। ਔਰ ਉਹ ਮੇਰਾ ਖਿਆਲ ਸਟਰੈਂਥ ਸੀਗੀ ਰਿਸ਼ਲ ਨੈਟਲੇ ਦੀ, ਕਿਉਂਕਿ ਆਫਟਰ ਆਲ ਉਹਨਾਂ ਦੀ ਜਿਹੜੀ ਆਪਣੀ ਬੈਕਗ੍ਰਾਉਂਡ ਹੈਗੀ ਹੈ, ਬੀਇੰਗ ਡਾਟਰ ਆਫ ਅ ਫੇਮਸ ਐਨਡੀਪੀ ਲੀਡਰ, ਤੇ ਉਹ ਜਿਹੜਾ ਫਾਦਰ ਵੱਲੋਂ ਵੀ ਜਿਹੜਾ ਗ੍ਰੰਟ ਨੈਟਲੇ ਉਹਨਾਂ ਦੇ ਫਾਦਰ ਨੇ, ਉਹ 1968 ਤੋਂ 1984 ਤੱਕ ਉਹ ਰਹੇ ਔਰ ਉਨੀ ਦੇਰ ਤੱਕ ਲੀਡਰ ਰਹੇ ਜਿੰਨਾ ਚਿਰ ਤੱਕ ਉਹਨਾਂ ਦੀ 에ਅਰ ਕ੍ਰੈਸ਼ ਡੈਥ ਨਹੀਂ ਹੋਈ। ਤੇ ਉਹ ਜਿਹੜਾ ਇੱਕ ਬੇਸ ਸੀਗਾ ਉਹ ਸ਼ਾਇਦ ਇਹਨਾਂ ਦੇ ਬਲੱਡ ਦੇ ਵਿੱਚ ਸੀਗਾ ਐਜ਼ ਏ ਪੋਲੀਟੀਸ਼ੀਅਨ, ਔਰ ਆਪ ਵੀ ਬਹੁਤ ਦੇਰ ਦੇ ਇਨਵੋਲਵਡ ਨੇ। ਤੇ ਜਦੋਂ ਬਲੱਡ ਦੇ ਵਿੱਚ ਤੁਹਾਡੀ ਗੱਲ ਹੋਵੇ ਤਾਂ ਤੁਸੀਂ ਉਸ ਚੀਜ਼ ਨੂੰ ਰੀਪਰੋਡਿਊਸ ਅੱਛਾ ਕਰਦੇ ਹੋ। ਤੇ ਉਹ ਜਿਹੜੀ ਚੀਜ਼ ਹੈਗੀ ਹੈ ਉਹਨਾਂ ਦੀ ਪਰਫਾਰਮੈਂਸ ਜਿਹੜੀ ਹੈ ਉਹ ਟੀਵੀ ਚੈਨਲ ਦੀ ਡਿਬੇਟ 'ਚ ਦੇਖਣ ਨੂੰ ਮਿਲੀ। ਆਈ ਥਿੰਕ ਉਹਨੇ ਬਹੁਤ ਜ਼ਿਆਦਾ ਨਕਸ਼ਾ ਬਦਲਿਆ, ਕਿਉਂਕਿ ਇਸ ਵੇਲੇ ਜਿਹੜੀ ਵੋਟਿੰਗ ਹੋਈ ਆ ਉਹ ਕਿਸੇ ਨੇ ਕੈਂਡੀਡੇਟ ਨੂੰ ਦੇਖ ਕੇ ਮੇਰਾ ਨਹੀਂ ਖਿਆਲ ਹੈਗੀ ਕੈਂਡੀਡੇਟ ਦੀ ਗੱਲ ਇਦਾਂ ਹੈਗੀ ਕਿ ਜਿਵੇਂ ਉਹਨਾਂ ਨੂੰ ਉਮੀਦਵਾਰ ਵੀ ਫੜ ਕੇ ਜਿਵੇਂ ਆਮ ਆਦਮੀ ਪਾਰਟੀ ਦਾ ਇੰਡੀਆ 'ਚ ਹੋਇਆ ਫੜ ਕੇ ਖੜੇ ਕਰਨੇ ਪਏ, ਉਸੇ ਤਰ੍ਹਾਂ ਜਿਹੜਾ ਹੈਗਾ ਇੱਥੇ ਵੀ ਹਾਲਾਤ ਇਸੇ ਤਰ੍ਹਾਂ ਦੇ ਸੀ। ਪਰ ਲੋਕਾਂ ਨੇ ਜਿਹੜੀ ਹੈਗੀ ਆ ਖੁੱਲ੍ਹ ਕੇ ਜਿਹੜੀਆਂ ਵੋਟਾਂ ਪਾਈਆਂ। ਇੱਕ ਤੇ ਢਿੱਲੋਂ ਸਾਹਿਬ ਮੈਨੂੰ ਜਿਹੜੀ ਗੱਲ ਲੱਗਦੀ ਹੈਗੀ ਕਿ ਜਦੋਂ ਡਿਬੇਟ ਹੋਇਆ ਉਹ ਤੋਂ ਪਹਿਲਾਂ ਜਿਹੜੀ ਸਰਵੇ ਆ ਰਹੀ ਸੀ ਵਾਈਟ ਰੋਜ਼ ਨੂੰ ਅਪਰ ਐਜ ਤੇ ਲੈ ਕੇ ਜਾ ਰਹੇ ਸੀ, ਪਰ ਮੈਨੂੰ ਲੱਗਦਾ ਬ੍ਰਾਇਨ ਜੀਨ ਦੀ ਜਿਹੜੀ ਪਰਫਾਰਮੈਂਸ ਲੋਕਾਂ ਦੀ ਐਕਸਪੈਕਟੇਸ਼ਨ ਤੋਂ ਘੱਟ ਰਹੀ, ਇਸ ਕਰਕੇ ਉਹਨਾਂ ਸੋਚਿਆ ਯਾਰ ਇਹ ਬੰਦਾ ਫਿੱਟ ਨਹੀਂ ਹੈਗਾ, ਵੀ ਨੌਟਲੇ ਜ਼ਿਆਦਾ ਫਿੱਟ ਹੈਗੀ ਪ੍ਰੀਮੀਅਰ ਦੇ ਵਾਸਤੇ। ਹਾਂਜੀ, ਉਹਨਾਂ ਨੂੰ ਨੁਕਸਾਨ ਮੇਰੇ ਖਿਆਲ ਦੋ ਗੱਲਾਂ ਤੋਂ ਹੋਇਆ। ਇੱਕ ਇਸ ਗੱਲ ਤੋਂ ਕਿ ਉਹ ਨਵੇਂ ਸੀਗੇ ਅਲਬਰਟਾ ਦੀ ਪੋਲਿਟਿਕਸ 'ਚ, ਤੇ ਦੁਨੀਆ ਬਹੁਤ ਜ਼ਿਆਦਾ ਉਹਨਾਂ ਨੂੰ ਜਾਣਦੀ ਨਹੀਂ, ਉਹਨਾਂ ਦੀ ਜਿਹੜੀ ਕੰਮ ਕਰਨ ਦੀ ਸ਼ੈਲੀ ਹੈ ਉਹਦੇ ਤੋਂ ਵਾਕਿਫ ਨਹੀਂ, ਉਹਨਾਂ ਦੀ ਪਰਸਨੈਲਿਟੀ ਤੋਂ ਵਾਕਿਫ ਨਹੀਂ। ਔਰ ਦੂਸਰੀ ਗੱਲ ਹੈਗੀ ਹੈ ਕਿ ਜਦੋਂ ਤੁਸੀਂ ਅਚਾਨਕ ਆ ਕੇ ਇੱਕ ਐਸੀ ਪਾਰਟੀ ਫੜੋ ਜਿਹਦਾ ਆਧਾਰ ਕਾਫੀ ਮਤਲਬ ਡਾਊਨਵਰਡ ਟ੍ਰੈਂਡ ਸੀਗਾ, ਔਰ ਮਤਲਬ ਬਿਲਕੁਲ ਜਿਹਨੂੰ ਕਹਿੰਦੇ ਨੇ ਕਿ ਇੱਕ ਖਤਮ ਹੋਈ ਰਿਟਨ ਆਫ ਪਾਰਟੀ ਇੰਨੇ ਛੋਟੇ ਟਾਈਮ 'ਚ ਉਹਨਾਂ ਨੇ ਖੜੀ ਕੀਤੀ। ਆਲਦੋ ਉਹਨਾਂ ਨੂੰ ਮੈਂ ਐਪਰੀਸ਼ੀਏਟ ਹੀ ਕਰਾਂਗਾ ਕਿ ਬਹੁਤ ਵਧੀਆ ਉਹਨਾਂ ਨੇ ਪਾਰਟੀ ਖੜੀ ਕੀਤੀ ਔਰ ਜ਼ੋਰਦਾਰ ਕੰਪੇਨ ਕੀਤੀ। ਬਟ ਉਹ ਜਿਹੜਾ ਅਗੇਨ ਉਹਨਾਂ ਦੀ ਵੀ ਜਿਹੜੀ ਪਰਫਾਰਮੈਂਸ ਜਿਹੜੀ ਟੀਵੀ ਡਿਬੇਟ ਤੇ ਹੋਈ ਹੈ, ਜਿਹੜੀ ਲਾਈਵ ਡਿਬੇਟ ਹੋਈ ਹੈ ਸਾਰੇ ਲੀਡਰਸ ਦੀ, ਉਹਦੇ 'ਚ ਕਿਤੇ ਨਾ ਕਿਤੇ ਉਹ ਦਬ ਕੇ ਰਹਿ ਗਏ। ਉਹ ਆਪਣੇ ਜਿਹੜੇ ਮੁੱਦੇ ਸੀਗੇ, ਆਪਣੀ ਪਾਲਿਸੀਆਂ ਸੀਗੀਆਂ, ਬਹੁਤ ਵਧੀਆ ਸਾਹਮਣੇ ਨਹੀਂ ਲਿਆਏ। ਇੱਥੇ ਮੈਂ ਥੋੜਾ ਜਿਹਾ ਸ਼ਾਇਦ ਇਹਨੂੰ ਇਸ ਤਰੀਕੇ ਨਾਲ ਵੀ ਐਨਾਲਾਈਜ਼ ਕਰੂੰਗਾ ਸਤਵਿੰਦਰ ਜੀ। ਅਗਰ ਤੁਸੀਂ 2012 ਦੀਆਂ ਜਿਹੜੀਆਂ ਇਲੈਕਸ਼ਨਸ ਨੇ ਉਹਨਾਂ ਦਾ ਰਿਜ਼ਲਟ ਐਨਾਲਿਸਿਸ ਕਰੋ, ਉਦੋਂ ਵੀ ਵਾਈਲਡ ਰੋਜ਼ ਜਿਹੜੀ ਸੀਗੀ ਉਹਦਾ ਅਪਰ ਹੈਂਡ ਸੀਗਾ। ਲੇਕਿਨ ਲਾਸਟ ਦੇ 5-7 ਦਿਨਾਂ ਦੇ ਵਿੱਚ ਐਸੇ ਬਿਆਨਬਾਜ਼ੀ ਜਿਹੜੀ ਸੀ ਉਹਨਾਂ ਦੇ ਲੀਡਰਸ ਵੱਲੋਂ ਹੋਈ, ਐਸੀ ਕਾਰਗੁਜ਼ਾਰੀਆਂ ਜਿਹੜੀਆਂ ਉਹਨਾਂ ਦੇ ਕੈਂਡੀਡੇਟਸ ਵੱਲੋਂ ਹੋਈਆਂ, ਜਿਹਨੇ ਪੂਰੀ ਦੀ ਪੂਰੀ ਪਾਰਟੀ ਦੀ ਪਰਫਾਰਮੈਂਸ ਤੇ ਸ਼ੈਡੋ ਪਾਤੀ। ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦੇ ਮਾਈਂਡ ਦੇ ਉੱਤੇ ਇਸ ਚੀਜ਼ ਦਾ ਵੀ ਇੰਪੈਕਟ ਸੀਗਾ ਕਿ ਯਾਰ ਅਸੀਂ ਕੋਈ ਐਸੀ ਗੱਲ ਫਾਲਤੂ ਨਹੀਂ ਬੋਲਣੀ ਕਿ ਜਿਹਦੇ ਨਾਲ ਅਸੀਂ ਕੱਲ ਨੂੰ ਜਿਹੜਾ ਕੋਈ ਇਸ਼ੂ ਬਣੇ। ਤੇ ਜੇ ਵਾਕਈ ਅਗਰ ਉਹ ਗੱਲ ਸੀਗੀ ਤੇ ਉਹਨਾਂ ਦੀ ਸਟ੍ਰੈਟਜੀ ਬਿਲਕੁਲ ਸਹੀ ਸੀਗੀ, ਕਿਉਂਕਿ ਕੁਝ ਮਹੀਨੇ ਪਹਿਲਾਂ ਉਹਨਾਂ ਦੀ ਜਿਹੜੀ ਲੀਡਰ ਹੈਗੀ ਆ ਇਸ ਪਾਰਟੀ ਦੀ, ਅਗਰ ਉਹ ਫਲੋਰ ਕ੍ਰਾਸ ਕਰਕੇ ਚਲੀ ਜਾਵੇ ਔਰ ਪਾਰਟੀ ਨੂੰ ਦੁਨੀਆ ਰਾਈਟ ਆਫ ਕਰ ਦੇ ਤੇ ਵਾਪਸ 17 ਦੇ ਅਗੇਂਸਟ 21 ਸੀਟਾਂ ਲੈ ਕੇ ਅਸੈਂਬਲੀ 'ਚ ਵਾਪਸ ਆ ਜਾਣਾ ਬਹੁਤ ਕ੍ਰੈਡੀਟੇਬਲ ਵਰਕਿੰਗ ਹੈ। ਲੀਡਰ ਜਿਹੜੇ ਹੈਗੇ ਨੇ, ਮੈਂ ਵੇਖਿਆ ਕਿ ਸਾਰੀਆਂ ਪਾਰਟੀਆਂ ਦੇ ਤਕਰੀਬਨ ਜਿਹੜੇ ਹੈਗੇ ਨੇ ਸਾਰੇ ਆਪਣੇ ਮਾਰਜਨ ਜਿਹੜੇ ਹੈ ਜਿੱਤ ਗਏ ਹੈਗੇ ਨੇ, ਜਿੰਨੀਆਂ ਵੀ ਪਾਰਟੀਆਂ ਸੀ ਉਹਨਾਂ ਦੇ ਲੀਡਰ ਜਿਹੜੇ ਜਿੱਤ ਗਏ। ਤੁਹਾਡੇ ਕੋਈ ਇਨਫੋਰਮੇਸ਼ਨ ਹੈਗੀ ਉਹਨਾਂ ਦੇ? ਹਾਂਜੀ, ਜਿਹੜਾ ਜਿੱਥੇ ਤੱਕ ਲੀਡਰਸ ਦਾ ਸਵਾਲ ਹੈ ਜੀ, ਸਾਰਿਆਂ ਨੇ ਬਹੁਤ ਅੱਛਾ ਆਪਣੇ ਰਾਈਡਿੰਗਸ ਵਿੱਚ ਕਾਰਗੁਜ਼ਾਰੀ ਦਿਖਾਈ। ਅਗਰ ਤੁਸੀਂ ਈਵਨ ਜਿਮ ਪ੍ਰੈਂਟਿਸ ਦੀ ਗੱਲ ਕਰੋ ਤੇ 1415 ਵੋਟ ਲੈ ਕੇ ਉਹ ਐਨੀ ਵਿਲਸਨ ਤੋਂ ਜਿਹੜੇ ਐਨਡੀਪੀ ਦੇ ਕੈਂਡੀਡੇਟ ਸੀ ਉਹਨਾਂ ਤੋਂ ਉਹ ਰਾਈਡਿੰਗ ਜਿਹੜੀ ਜਿੱਤ ਗਏ। ਔਰ ਉਸ ਤੋਂ ਬਾਅਦ ਅਗਰ ਰੇਸ਼ਲ ਨਾਟਲੇ ਦੀ ਗੱਲ ਕਰੋ ਤੇ ਬਹੁਤ ਹਿਊਜ ਮਾਰਜਨ ਹੈ ਜੀ, 11,355 ਜਿਹੜੀਆਂ ਸੀਟ ਵੋਟਾਂ ਦੇ ਨਾਲ ਉਹਨਾਂ ਨੇ ਪੀਸੀ ਦੀ ਜਿਹੜੀ ਕੈਂਡੀਡੇਟ ਹੈਗੀ ਆ ਸ਼ੈਲੀ
ਵੈਗਨਾਰ ਉਹਨਾਂ ਨੂੰ ਹਰਾਇਆ। ਉਸ ਤੋਂ ਬਾਅਦ ਵਾਈਲਡ ਰੋਜ਼ ਦੇ ਜਿਹੜੇ ਲੀਡਰ ਸੀਗੇ ਬ੍ਰਾਇਨ ਜੀਨ, ਉਹਨਾਂ ਨੇ 879 ਵੋਟਸ ਦੇ ਮਾਰਜਨ ਤੋਂ ਐਨਡੀਪੀ ਦੀ ਕੈਂਡੀਡੇਟ ਅਰੀਨਾ ਉਹਨਾਂ ਨੂੰ ਡਿਫੀਟ ਕੀਤਾ। ਜਿਹੜੇ ਲਿਬਰਲ ਪਾਰਟੀ ਦੇ ਡੇਵਿਡ ਸਵੈਨ ਹੈਗੇ ਜੀ, ਉਹਨਾਂ ਨੇ 1503 ਵੋਟਾਂ ਨਾਲ ਜਿੱਤ ਹਾਸਲ ਕੀਤੀ ਔਰ ਉਹਨਾਂ ਨੇ ਐਨਡੀਪੀ ਦੇ ਜਿਹੜੇ ਕੈਂਡੀਡੇਟ ਸੀ ਮਾਰਕ ਉਹਨਾਂ ਨੂੰ ਹਰਾਇਆ। ਤੇ ਅਲਬਰਟਾ ਪਾਰਟੀ ਦੇ ਜਿਹੜੇ ਗ੍ਰੇ ਕਲਾਰਕ ਨੇ, ਉਹਨਾਂ ਨੇ 2472 ਵੋਟਾਂ ਦੇ ਮਾਰਜਨ ਦੇ ਨਾਲ ਸਭ ਤੋਂ ਵੱਡੀ ਇੱਕ ਹੋਰ ਜਿਹੜੀ ਪਰਸਨੈਲਿਟੀ ਸੀਗੀ ਪੀਸੀ ਪਾਰਟੀ ਦੀ, ਗਾਰਡਨ ਡ੍ਰਿਕਸ, ਉਹਨਾਂ ਨੂੰ ਡਿਫੀਟ ਕੀਤਾ, ਉਹਨੂੰ ਜਿਹੜਾ ਹਰਾਇਆ ਹੈਗਾ। ਇਹ ਖਾਸ ਕਰਕੇ ਜਿਹੜੇ ਸਾਡੇ ਦਰਸ਼ਕ ਹੈਗੇ ਨੇ, ਕੁਝ 3-4 ਰਾਈਡਿੰਗਸ ਹੈਗੀਆਂ ਜਿੱਥੇ ਪੰਜਾਬੀ ਡੋਮੀਨੈਂਟ ਅਸੀਂ ਏਰੀਆ ਕਹਿ ਸਕਦੇ, ਜਿੱਥੇ ਜ਼ਿਆਦਾ ਪੰਜਾਬੀ ਜਿਹੜੇ ਹਨ ਰਹਿੰਦੇ ਹੈਗੇ ਨੇ। ਉਹ 'ਚ ਕੈਲਗਰੀ ਗ੍ਰੀਨਵੇ ਹੈ, ਜਿੱਥੇ ਕਿ ਮਨਮੀਤ ਸਿੰਘ ਭੁੱਲਰ ਜਿਹੜੇ ਹੈਗੇ ਨੇ ਤੀਸਰੀ ਵਾਰੀ ਇਲੈਕਸ਼ਨ ਲੜ ਰਹੇ ਸੀ, 2 ਵਾਰੀ ਉਹ ਜਿਹੜੇ ਮਿਨਿਸਟਰ ਰਹੇ ਹੈਗੇ ਨੇ। ਮਨਮੀਤ ਸਿੰਘ ਭੁੱਲਰ ਜਿਹੜਾ ਹੈਗਾ ਕਿ 844 ਵੋਟਾਂ ਦੇ ਨਾਲ ਐਨਡੀਪੀ ਦੇ ਜਿਹੜੇ ਉਮੀਦਵਾਰ ਸੀ ਮਿਸਟਰ ਡੌਨ, ਉਹਨਾਂ ਨੂੰ ਜਿਹੜਾ ਹੈਗਾ ਹਰਾਇਆ ਹੈਗਾ। ਉੱਥੇ ਦਵਿੰਦਰ ਤੂਰ ਜਿਹੜੇ ਹਨ ਉਹ ਵਾਈਟ ਰੋਜ਼ ਪਾਰਟੀ ਦੇ ਉਮੀਦਵਾਰ ਸੀ, ਉਹ 2595 ਵੋਟਾਂ ਲੈ ਕੇ ਜਿਹੜੇ ਹੈਗੇ ਤੀਸਰੇ ਨੰਬਰ ਤੇ ਰਹੇ ਹੈਗੇ ਨੇ। ਤੇ ਜੇ ਆਪਾਂ ਕੈਲਗਰੀ ਮਕੌਲ ਦੀ ਗੱਲ ਕਰੀਏ, ਐਨਡੀਪੀ ਦੇ ਉਮੀਦਵਾਰ ਇਰਫਾਨ ਸਾਬਰ ਨੇ ਜਿਹੜੀ 420 ਵੋਟਾਂ ਦੇ ਨਾਲ ਜਿਹੜਾ ਹੈਪੀ ਮਾਨ ਹੋ ਰਿਹਾ, ਜਿਹੜੇ ਵਾਈਟ ਰੋਜ਼ ਪਾਰਟੀ ਦੇ ਉਮੀਦਵਾਰ ਸੀ, ਉਹਨਾਂ ਨੂੰ ਹਰਾਇਆ। ਪੀਸੀ ਪਾਰਟੀ ਵੱਲੋਂ ਜਗਦੀਪ ਸਹੋਤਾ ਜਿਹੜੀ ਸੀ ਉਹ ਤੀਸਰੇ ਨੰਬਰ ਤੇ ਰਹੀ ਹੋਈ ਹੈ, ਤੇ ਲਿਬਰਲ ਪਾਰਟੀ ਤੇ ਅਵਿਨਾਸ਼ ਸਿੰਘ ਖੰਗੂੜਾ ਜਿਹੜੇ ਹਨ ਉਹ 2206 ਵੋਟਾਂ ਲੈ ਕੇ ਚੌਥੇ ਸਥਾਨ ਤੇ ਰਹੇ। ਤੇ ਇੱਕ ਇੰਡੀਪੈਂਡੈਂਟ ਉਮੀਦਵਾਰ ਸੀ, ਉਹਨਾਂ ਤੇ ਵੀ ਬੜੀਆਂ ਆਸਾਂ ਸੀ, ਬੁਰਹਾਨ ਖਾਨ, ਉਹ ਸਿਰਫ 999 ਵੋਟਾਂ ਹੀ ਜਿਹੜੀਆਂ ਨੇ ਇਸ ਰਾਈਡਿੰਗ ਤੋਂ ਜਿਹੜੀਆਂ ਲੈ ਪਾਏ ਹਨ। ਕੈਲਗਰੀ ਕ੍ਰਾਸ ਦੀ ਵੀ ਗੱਲ ਕਰ ਲਈਏ, ਬੜੀ ਹੀਟਡ ਡਿਬੇਟ ਰਹੀ ਉਸ ਰਾਈਡਿੰਗ ਨੂੰ ਲੈ ਕੇ। ਰਿਸ਼ਲ ਨਾਟਲੇ ਇਫੈਕਟ ਨੇ ਜੀ ਉੱਥੇ ਵੀ ਅਸਰ ਦਿਖਾਇਆ, ਤੇ ਜਿਹੜੇ ਉਹਨਾਂ ਦੇ ਕੈਂਡੀਡੇਟ ਸੀਗੇ ਰਿਕਾਰਡੋ ਮਿਰਾਂਡਾ, ਉਹਨਾਂ ਨੇ 100 ਵੋਟਾਂ ਦੇ ਮਾਰਜਨ ਦੇ ਨਾਲ ਰਿਕ ਹੈਂਸਨ ਨੂੰ ਇਸ ਰਾਈਡਿੰਗ 'ਚ ਹਰਾਇਆ। ਵਾਈਲਡ ਰੋਜ਼ ਪਾਰਟੀ ਦੇ ਮੇਓਜ਼ ਮਹਿਮੂਦ 2062 ਵੋਟਾਂ ਲੈ ਕੇ ਤੀਸਰੇ ਨੰਬਰ ਤੇ ਰਹੇ, ਤੇ ਲਿਬਰਲ ਪਾਰਟੀ ਦੇ ਮਨਜੋਤ ਸਿੰਘ ਗਿੱਲ ਉਹ 1191 ਵੋਟਾਂ ਲੈ ਕੇ ਚੌਥੇ ਨੰਬਰ ਤੇ ਰਹੇ। ਇੱਕ ਹੋਰ ਬੜੀ ਇੱਕ ਰਾਈਡਿੰਗ ਸੀ ਜਿਹੜੀ ਬੜੀ ਕੰਟਰੋਵਰਸੀ ਜਿਹਦੇ ਨਾਲ ਕਰਕੇ ਚੱਲੀ, ਜਿਹਦੇ ਕਰਕੇ ਇੱਕ ਤਰ੍ਹਾਂ ਕਹ ਲਓ ਕਿ ਜਿਮ ਪ੍ਰੈਂਟ ਨੇ ਬੜੀ ਨਮੋਸ਼ੀ ਦਾ ਸਾਹਮਣਾ ਕਰਿਆ। ਉਹ ਚੈਸਟਰ ਮੇਅਰ ਰੌਕੀ ਵਿਊ ਦੀ ਸੀ, ਉੱਥੋਂ ਕੀ ਰਿਜ਼ਲਟ ਰਿਹਾ ਹੈਗਾ? ਹਾਂਜੀ, ਉੱਥੇ ਜਿਹੜਾ ਹੈਗਾ ਜੀ ਬਹੁਤ ਚਰਚਾ ਜਿਹੜੀ ਹੈਗੀ ਉਹ ਲਾਰਜਲੀ ਜੇਮੀ ਲਾਲ ਕਰਕੇ ਜਿਹੜੀ ਉਹਨਾਂ ਦੀ ਜਿਹੜੀ ਪੀਸੀ ਦੀ ਨੋਮੀਨੇਸ਼ਨ ਸੀਗੀ ਹਾਂਜੀ, ਉਹਨਾਂ ਦੇ ਅਚਾਨਕ ਕਾਰਨ ਵੀ ਨਹੀਂ ਦੱਸੇ ਗਏ। ਔਰ ਜੇਮੀ ਲਾਲ ਨੇ ਜਦੋਂ ਇਲੈਕਸ਼ਨਾਂ ਨੂੰ ਜਸਟ 5-6 ਦਿਨ ਰਹਿੰਦੇ ਸੀਗੇ ਤੇ ਕਾਫੀ ਕੰਟਰੋਵਰਸ਼ੀਅਲ ਪ੍ਰੈਸ ਕਾਨਫਰੰਸ ਕੀਤੀ ਸੀਗੀ, ਜਿਹਦੇ ਚ ਕਾਫੀ ਸਨਸਨੀਖੇਜ਼ ਇਨਫੋਰਮੇਸ਼ਨ ਉਹਨਾਂ ਨੇ ਇਨਫੋਰਮੇਸ਼ਨ ਜਿਹੜੀ ਉਹਨਾਂ ਨੇ ਪਬਲਿਕ ਨਾਲ ਜਾਂ ਪ੍ਰੈਸ ਨਾਲ ਸ਼ੇਅਰ ਕੀਤੀ, ਤੇ ਉਹਨਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਜਿਮ ਪ੍ਰੈਂਟਿਸ ਜਾਂ ਐਜ਼ ਏ ਪੀਸੀ ਪਾਰਟੀ ਵੀ ਕਿਸ ਤਰੀਕੇ ਦਾ ਉਹਨਾਂ ਦਾ ਵਤੀਰਾ ਉਹਨਾਂ ਦੇ ਨਾਲ ਰਿਹਾ। ਵਾਈਲਡ ਰੋਜ਼ ਪਾਰਟੀ ਦੇ ਜਿਹੜੇ ਲੀਡਰ ਹੈਗੇ ਨੇ ਲੀਲਾ ਅਹੀਰ, ਉਹਨਾਂ ਨੇ 222 ਵੋਟਾਂ ਨਾਲ ਇਸ ਰਾਈਡਿੰਗ ਜਿਹੜੀ ਹੈਗੀ ਜੀ ਉਹ ਤੇ ਆਪਣੀ ਜਿੱਤ ਹਾਸਲ ਕੀਤੀ। ਤੇ ਮੇਨ ਗੱਲ ਜੇ ਆਪਾਂ ਜੈਮੀ ਲਾਲ ਦੀ ਗੱਲ ਕਰੀਏ ਤੇ ਜੈਮੀ ਲਾਲ ਹੋਰਾਂ ਨੇ ਸਿਰਫ 1000 ਹਾਂਜੀ ਤਕਰੀਬਨ 1096 ਵੋਟਾਂ ਲੈ ਕੇ ਜਿਹੜੀ ਆ। ਪਰ ਲੱਗਦਾ ਤੇ ਜੈਮੀ ਲਾਲ ਬਿਹੇਵ ਜਾਂ ਉਹ ਜਿਹੜੇ ਹੈਗੇ ਇਸ ਤਰ੍ਹਾਂ ਕਰ ਰਹੇ ਸੀ ਕਿ ਜਿਵੇਂ ਉਹ ਸੀਟ ਹੀ ਲੈ ਜਾਣਗੇ, ਪਰ ਮੈਨੂੰ ਲੱਗਦਾ ਕੰਪੀਟੀਸ਼ਨ 'ਚ ਹੀ ਨਹੀਂ ਰਹੇ, ਤੀਸਰੇ ਨੰਬਰ ਤੇ ਚੌਥੇ ਨੰਬਰ ਤੇ ਬਲਕਿ ਰਹੇ ਹੈਗੇ ਨੇ। ਜੇ ਹੁਣ ਆਪਾਂ ਨਾਟਲੇ ਦੀ ਗੱਲ ਕਰੀਏ, ਜਿਹੜੇ ਸਾਡੇ ਨਵੇਂ ਪ੍ਰੀਮੀਅਰ ਬਣਨ ਵਾਲੇ ਅਲਬਰਟਾ ਦੇ, ਕੀ ਚੈਲੰਜਸ ਤੁਸੀਂ ਮੇਨ ਜਿਹੜੇ ਉਹਨਾਂ ਦੇ ਸਾਹਮਣੇ ਆਣਗੇ? ਦੇਖੋ, ਸਭ ਤੋਂ ਪਹਿਲੀ ਗੱਲ ਤੇ ਕਿ ਬੜੇ ਔਖੇ ਟਾਈਮ ਦੇ ਉੱਤੇ ਉਹਨਾਂ ਨੇ ਜਿਹੜੀ ਲੀਡਰਸ਼ਿਪ ਸੰਭਾਲੀ ਔਰ ਪ੍ਰੀਮੀਅਰਸ਼ਿਪ ਸੰਭਾਲਣੀ ਹੈ, ਔਰ ਜਦੋਂ ਬਹਿੰਦਿਆਂ ਸਾਰ ਉਹਨਾਂ ਨੂੰ ਇੰਨਾ ਹਿਊਜ ਡੈਫਿਸਿਟ ਉਹਨਾਂ ਦੇ ਸਾਹਮਣੇ ਹੈਗਾ, ਉਹਨੂੰ ਐਡਰੈਸ ਕਰਨਾ। ਫਿਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਬਜਟ ਪੀਸੀ ਪਾਰਟੀ ਨੇ ਪੇਸ਼ ਕੀਤਾ ਸੀਗਾ, ਉਹਦੇ ਤੋਂ ਉਹ ਖੁਸ਼ ਨਹੀਂ ਸੀਗੇ। ਹੁਣ ਡੈਫੀਨੇਟਲੀ ਉਹਨਾਂ ਨੂੰ ਇੱਕ ਬੈਟਰ ਪਲਾਨ ਲੈ ਕੇ ਆਣੀ ਪੈਣੀ ਹੈ। ਉਹਨਾਂ ਨੇ ਕਾਫੀ ਸਾਰੀਆਂ ਚੀਜ਼ਾਂ ਹਾਈਲਾਈਟ ਕੀਤੀਆਂ, ਜਿਹਦੇ 'ਚ ਕਾਰਪੋਰੇਟ ਟੈਕਸ ਦਾ ਇਨਕਰੀਜ਼ ਹੋਣਾ 10 ਤੋਂ 12% ਹੋਣਾ, ਤੇ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹਦੇ ਤੇ ਉਹਨਾਂ ਦਾ ਇੱਕ ਸਪੈਸੀਫਿਕ ਏਜੰਡਾ ਸੀਗਾ, ਜਿਹਨੂੰ ਲੈ ਕੇ ਉਹ ਇਲੈਕਸ਼ਨ ਦੇ ਵਿੱਚ ਗਏ, ਇਲੈਕਸ਼ਨ ਕੈਂਪੇਨਿੰਗ ਕੀਤੀ ਤੇ ਉਹਨਾਂ ਨੇ ਵੋਟਰਸ ਨੂੰ ਕਨਵਿੰਸ ਕੀਤਾ। ਤੇ ਸਭ ਤੋਂ ਜ਼ਿਆਦਾ ਤੇ ਹੁਣ ਜਿਹੜੀ ਟਸਲ ਆ ਉਹ ਉਹਨਾਂ ਦੇ ਵਾਸਤੇ ਇਹ ਆ ਜਾਣੀ ਆ ਕਿ ਬੈਠ ਕੇ ਅਸੈਂਬਲੀ ਦੇ ਵਿੱਚ ਕਿ ਅਸੀਂ ਉਹ ਬਜਟ ਬਣਾਈਏ ਜਿਹੜਾ ਕਿ ਬੈਲੈਂਸ ਆਊਟ ਕਰੇ ਉਹ ਬਹੁਤ ਬਿਜ਼ਨਸ ਕਮਿਊਨਿਟੀ ਤੇ ਜਿਹੜਾ ਵਰਕਿੰਗ ਕਲਾਸ ਹੈਗੀ ਹੈ ਉਹਨਾਂ ਨੂੰ ਸੈਟੀਸਫਾਈ ਕਰੇ, ਤੇ ਜਿਹੜੇ ਇਸ਼ੂਜ਼ ਹੈਗੇ ਨੇ ਜਿਹਦੇ 'ਚ ਸਕੂਲਸ ਦਾ ਆਪਣਾ ਬਣਨਾ ਔਰ ਦੂਜੀ ਜਿਹੜਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੋਣੀ ਆ, ਔਰ ਸਭ ਤੋਂ ਵੱਡਾ ਇਸ ਤੋਂ ਬਾਅਦ ਜਿਹੜਾ ਫੋਕਸ ਰਿਕੁਆਇਰਡ ਹੈ ਉਹ ਹੈਲਥ ਸੈਕਟਰ 'ਚ ਰਿਕੁਆਇਰਡ ਹੈ। ਜੱਗੀ ਢਿੱਲੋਂ ਜੀ, ਤੁਸੀਂ ਆਏ ਔਰ ਬੜੀ ਵਧੀਆ ਜਾਣਕਾਰੀ ਜਿਹੜੀ ਹੈ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦੋਸਤੋ, ਅਗਲੇ ਹਫਤੇ ਫਿਰ ਨਵੇਂ ਪ੍ਰੋਗਰਾਮ ਦੇ ਨਾਲ ਮਿਲਾਂਗੇ। ਹੁਣ ਮੈਨੂੰ ਦਿਓ ਇਜਾਜ਼ਤ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਤਿੰਦਰ ਜੀ, ਸਤਿ ਸ਼੍ਰੀ ਅਕਾਲ ਜੀ।